वाहिगुरु जी का खालसा वाहिगुरु जी की फतेह। Dear students, I am Sandeep Kaur from Sri Guru Angad Dev College of Education, Khadur Sahib. Today I am going to present the topic Law of Gravitation, Gurutakarshan da Siddhant. So let's begin. As we know, there are four fundamental forces in nature. They are gravitational force, weak force, strong force and electromagnetic force. ਅੱਜ ਜੋ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗੇ ਗੁਰਤਾਕਰਸ਼ਣ ਦਾ ਬਲ ਜਾਂ ਗ੍ਰੈਵੀਟੇਸ਼ਨਲ ਫੋਰਸ। ਸੋ ਬ੍ਰਹਿਮੰਡ ਵਿੱਚ ਹਰੇਕ ਵਸਤੂ ਦੂਜੀ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਠੀਕ ਹੈ। ਇਸੇ ਆਕਰਸ਼ਣ ਬਲ ਨੂੰ ਗੁਰਤਾਕਰਸ਼ਣ ਬਲ ਕਿਹਾ ਜਾਂਦਾ ਹੈ। ਫੋਰਸ ਆਫ ਅਟਰੈਕਸ਼ਨ ਬਿਟਵੀਨ ਟੂ ਆਬਜੈਕਟਸ ਹੈਵਿੰਗ ਮਾਸ। ਕੋਈ ਦੋ ਵਸਤੂਆਂ ਜੋ ਕਿ ਮਾਸ ਪੋਜੈਸ ਕਰਦੀਆਂ ਨੇ, ਜਿਨ੍ਹਾਂ ਦਾ ਕੋਈ ਨਾ ਕੋਈ ਮਾਸ ਹੁੰਦਾ ਹੈ, ਉਹਨਾਂ ਦੇ ਵਿੱਚ ਹਮੇਸ਼ਾ ਹੀ ਅਟਰੈਕਸ਼ਨ ਦੀ ਫੋਰਸ ਲੱਗਦੀ ਹੈ। ਉਹ ਹਮੇਸ਼ਾ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦੀਆਂ ਨੇ। ਐਵਰੀ ਆਬਜੈਕਟ ਇਨ ਯੂਨੀਵਰਸ ਅਟਰੈਕਟਸ ਦਾ ਅਦਰ ਆਬਜੈਕਟ ਵਿਦ ਅ ਫੋਰਸ। ਹਰੇਕ ਵਸਤੂ ਦੂਜੀ ਵਸਤੂ ਨੂੰ ਇੱਕ ਫੋਰਸ ਦੇ ਨਾਲ ਅਟਰੈਕਟ ਕਰਦੀ ਹੈ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਦਰਖਤ ਤੋਂ ਜਿਹੜਾ ਹੈ ਐਪਲ ਜਿਹੜਾ ਉਹ ਨੀਚੇ ਡਿੱਗਦਾ ਪਿਆ ਹੈ, ਔਰ ਇੱਥੇ ਕੀ ਹੁੰਦਾ ਪਿਆ ਕਿ ਜਿਹੜੀ ਅਰਥ ਆ ਉਹ ਉਸ ਫਰੂਟ ਨੂੰ ਗ੍ਰੈਵੀਟੇਸ਼ਨਲ ਜਿਹੜਾ ਪੁੱਲ ਲਗਾਉਂਦੀ ਪਈ ਹੈ, ਠੀਕ ਹੈ। ਤਾਂ ਕਰਕੇ ਉਹ ਜਿਹੜੀ ਆ ਫਰੂਟ ਆ ਨੀਚੇ ਨੂੰ ਡਿੱਗਦਾ ਪਿਆ। ਸੋ ਨੈਕਸਟ ਐਗਜ਼ਾਮਪਲਸ ਦੇਖੋ। ਪਹਿਲੀ ਐਗਜ਼ਾਮਪਲ ਦੇ ਵਿੱਚ ਜਿਹੜਾ ਆ ਜਿਹੜੀ ਬਾਲ ਆ ਉਹ ਜਦੋਂ ਨੀਚੇ ਡਿੱਗਦੀ ਆ ਤਾਂ ਕੀ ਆ ਅਰਥ ਉਹਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ, ਤਾਂ ਹੀ ਕੋਈ ਵੀ ਜਿਹੜੀ ਆ ਕੋਈ ਵੀ ਵਸਤੂ ਆ ਉਹ ਨੀਚੇ ਨੂੰ ਡਿੱਗਦੀ ਆ ਡਿਊ ਟੂ ਦ ਗ੍ਰੈਵੀਟੇਸ਼ਨਲ ਫੋਰਸ ਬਾਏ ਦ ਅਰਥ। ਨੈਕਸਟ ਐਗਜ਼ਾਮਪਲ ਦੇ ਵਿੱਚ ਦੇਖੋ, ਜਿਵੇਂ ਸਾਡੇ ਸੋਲਰ ਸਿਸਟਮ 'ਚ ਸਾਨੂੰ ਪਤਾ ਹੈ ਕਿ ਜਿਹੜੇ ਪਲੈਨਟਸ ਨੇ ਉਹ ਸਨ ਦੇ ਅਰਾਊਂਡ ਜਿਹੜੇ ਉਹ ਰੋਟੇਟ ਕਰਦੇ ਨੇ, ਔਰ ਜਿਹੜੇ ਇਹ ਪਲੈਨਟਸ ਇਹ ਫਿਕਸ ਔਰਬਿਟਸ ਦੇ ਵਿੱਚ ਰੋਟੇਟ ਕਰਦੇ ਆ। ਕੋਈ ਵੀ ਆਪਣੇ ਔਰਬਿਟ ਤੋਂ ਬਾਹਰ ਨਹੀਂ ਜਾਂਦਾ, ਔਰ ਇਹਨਾਂ ਨੂੰ ਔਰਬਿਟਸ ਦੇ ਵਿੱਚ ਕਿਸ ਚੀਜ਼ ਨੇ ਬੰਨ੍ਹ ਕੇ ਰੱਖਿਆ ਆ, ਉਹ ਹੈਗੀ ਹੈ ਗ੍ਰੈਵੀਟੇਸ਼ਨਲ ਫੋਰਸ। ਅਗਰ ਇਹ ਗ੍ਰੈਵੀਟੇਸ਼ਨਲ ਫੋਰਸ ਨਾ ਹੋਵੇ ਤਾਂ ਇਹਨਾਂ ਦੀ ਆਪਸ ਦੇ ਵਿੱਚ ਕੋਲਿਊਸ਼ਨ ਹੋ ਜਾਏਗੀ ਔਰ ਡਿਸਟਰਕਸ਼ਨ ਹੋ ਜਾਏਗੀ, ਠੀਕ ਹੈ। ਫਿਰ ਜਿਹੜਾ ਹੈ ਜਿਹੜੀ ਨੇਚਰ ਦੇ ਵਿੱਚ ਇਹ ਚੀਜ਼ਾਂ ਐਗਜ਼ਿਸਟ ਨਹੀਂ ਕਰ ਸਕਣਗੀਆਂ। ਉਸ ਨੈਕਸਟ ਦੇਖੋ, ਇਨ ਸਪੇਸ। ਸਪੇਸ ਕੀ ਹੈ? ਵੈਕਿਊਮ, ਜਿੱਥੇ ਕਿ ਕੋਈ ਵੀ ਮੀਡੀਅਮ ਕੋਈ ਵੀ ਏਅਰ ਆ ਉਹ ਨਹੀਂ ਹੈਗੀ। ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਵੀ ਸਪੇਸ ਵਿੱਚ ਸਪੇਸ ਸ਼ਟਲ ਦੇ ਵਿੱਚ ਜਿਹੜੇ ਆ ਐਸਟਰੋਨੌਟਸ ਜਾਂਦੇ ਨੇ, ਉੱਥੇ ਜਾ ਕੇ ਆਪਣੇ ਜਿਹੜੇ ਐਕਸਪੈਰੀਮੈਂਟਸ ਉਹ ਕੰਡਕਟ ਕਰਦੇ ਨੇ, ਪਰ ਕੀ ਆ ਕਿ ਉਹ ਇਹਨਾਂ ਸ਼ਟਲਸ ਦੇ ਵਿੱਚ ਵੀ ਉਹਨਾਂ ਦੀਆਂ ਬੋਡੀਜ਼ ਜਿਹੜੀਆਂ ਉਹ ਫਲੋਟ ਕਰਦੀਆਂ ਨੇ, ਮਤਲਬ ਹਵਾ ਦੇ ਵਿੱਚ ਤੈਰਦੀਆਂ ਨੇ, ਕਿਉਂਕਿ ਉਸ ਜਗ੍ਹਾ ਦੇ ਉੱਪਰ ਜਿਹੜੀ ਹੈ ਗ੍ਰੈਵਿਟੀ ਨਹੀਂ ਹੈਗੀ। ਨੈਕਸਟ ਹੈਗਾ ਜੀ ਗੁਰਤਾ ਬਲ ਦੇ ਗੁਣ, ਨੇਚਰ ਆਫ ਗ੍ਰੈਵੀਟੇਸ਼ਨਲ ਫੋਰਸ। ਦਾ ਫਸਟ ਵਨ ਇਜ਼ ਪਰਸਪਰਿਕ ਬਲ। ਪਰਸਪਰਿਕ ਬਲ ਦਾ ਕੀ ਮਤਲਬ ਹੁੰਦਾ ਹੈ ਕਿ ਉਹ ਬਲ ਜੋ ਦੋ ਚੀਜ਼ਾਂ ਦੇ ਵਿੱਚ ਲੱਗਦਾ ਹੈ। ਪਰਸਪਰਿਕ ਮਤਲਬ ਜੋ ਦੋ ਚੀਜ਼ਾਂ ਦੇ ਵਿੱਚ ਲੱਗੇ, ਅਟਰੈਕਟਿਵ ਫੋਰਸ ਹੋਵੇ। ਨੈਕਸਟ ਹੈਗਾ ਵਸਤੂਆਂ ਦੇ ਪੁੰਜ ਦੇ ਸਿੱਧੇ ਤੌਰ 'ਤੇ ਨਿਰਭਰ। ਇਹ ਜਿਹੜਾ ਫੋਰਸ ਹੈਗੀ ਹੈ ਇਹ ਵਸਤੂਆਂ ਦੇ ਪੁੰਜ 'ਤੇ ਸਿੱਧੇ ਤੌਰ 'ਤੇ ਨਿਰਭਰ ਕਰਦੀ ਹੈ, ਭਾਵ ਕਿ ਅਗਰ ਵਸਤੂਆਂ ਦਾ ਪੁੰਜ ਵੱਧਦਾ ਹੈ ਤਾਂ ਇਹ ਗ੍ਰੈਵੀਟੇਸ਼ਨਲ ਫੋਰਸ ਵੀ ਵੱਧ ਜਾਂਦੀ ਹੈ। ਥਰਡ ਵਨ ਇਜ਼ ਤਤਕਾਲਕ ਲੱਗਣ ਵਾਲਾ, ਮੀਨਸ ਕਿ ਇਹ ਜਦੋਂ ਵੀ ਦੋ ਬੋਡੀਜ਼ ਕੰਟੈਕਟ ਦੇ ਵਿੱਚ ਆਉਂਦੀਆਂ ਨੇ ਫੌਰਨ ਲੱਗ ਜਾਂਦਾ। ਇਹ ਨਹੀਂ ਕਿ ਵਸਤੂਆਂ ਕੰਟੈਕਟ ਦੇ ਵਿੱਚ ਪਹਿਲਾਂ ਆਈਆਂ ਅਤੇ ਬਲ ਜਿਹੜਾ ਬਾਅਦ 'ਚ ਲੱਗੇਗਾ। ਇਹ ਜਿਹੜਾ ਹੈ ਹਮੇਸ਼ਾ ਕੰਮ ਕਰਦਾ ਹੈ ਬੋਡੀਜ਼ ਦੇ ਵਿੱਚ। ਫੋਰਥ ਵਨ ਇਜ਼ ਹਮੇਸ਼ਾ ਆਕਰਸ਼ਕ, ਆਲਵੇਜ਼ ਅਟਰੈਕਟਿਵ। ਇਹ ਜਿਹੜੀ ਫੋਰਸ ਹੈ ਕਦੀ ਵੀ ਰਿਪਲਸਿਵ ਨਹੀਂ ਹੁੰਦੀ। ਰਿਪਲਸਿਵ ਮੀਨਸ ਇਹ ਕਦੇ ਵੀ ਇੱਕ ਦੂਜੇ ਨੂੰ ਜਿਹੜੀਆਂ ਬੋਡੀਜ਼ ਹੈ ਇੱਕ ਦੂਜੇ ਨੂੰ ਪਰਾਂ ਨਹੀਂ ਧੱਕਦੀਆਂ, ਹਮੇਸ਼ਾ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਨੇ। ਫਿਫਥ ਵਨ ਇਜ਼ ਵਸਤੂ ਦੇ ਸੁਭਾਅ 'ਤੇ ਨਿਰਭਰ ਨਹੀਂ ਕਰਦਾ, ਠੀਕ ਹੈ ਜੀ। ਇਹ ਮਤਲਬ ਦੋ ਵਸਤੂਆਂ ਨੇ, ਉਹਦੇ ਸੁਭਾਅ 'ਤੇ ਨਿਰਭਰ ਨਹੀਂ ਕਰਦਾ ਕਿ ਉਹ ਵਸਤੂ ਕਿਹੋ ਜਿਹੀ ਹੈ। ਉਹ ਵਸਤੂ ਮਤਲਬ ਕਹਿ ਲਓ ਕਿ ਸੋਲਿਡ ਹੈ ਜਾਂ ਲਿਕੁਇਡ ਹੈ ਜਾਂ ਗੈਸ ਹੈ, ਠੀਕ ਹੈ, ਜਾਂ ਛੋਟੀ ਤੋਂ ਛੋਟੀ ਹੈ ਜਾਂ ਵੱਡੀ ਤੋਂ ਵੱਡੀ ਹੈ, ਜਿਹੜਾ ਫੋਰਸ ਆ ਇੱਕੋ ਜਿਹਾ ਲੱਗਦਾ ਹੈ। ਐਂਡ ਦ ਨੈਕਸਟ ਥਿੰਗ ਇਜ਼ ਲਾਅ ਆਫ ਗ੍ਰੈਵੀਟੇਸ਼ਨ ਦੀ ਪਰਿਭਾਸ਼ਾ। ਇਸ ਬ੍ਰਹਿਮੰਡ ਵਿੱਚ ਹਰੇਕ ਪਦਾਰਥ ਵਸਤੂ ਹਰ ਦੂਜੀ ਵਸਤੂ ਨੂੰ ਇੱਕ ਪਰਸਪਰਕ ਬਲ ਨਾਲ ਆਕਰਸ਼ਿਤ ਕਰਦੀ ਹੈ। ਉਹ ਵਾਲਾ ਬਲ ਜੋ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਠੀਕ ਹੈ। ਇਸ 'ਤੇ ਧਿਆਨ ਦੇਣਾ, ਉਹਨਾਂ ਦੇ ਪੁੰਜਾਂ ਦੇ ਗੁਣਨਫਲ, ਪੁੰਜਾਂ ਮਤਲਬ ਮਾਸਿਸ, ਗੁਣਨਫਲ ਮਤਲਬ ਉਹਨਾਂ ਦੇ ਮਾਸਿਸ ਨੂੰ ਆਪਾਂ ਮਲਟੀਪਲਾਈ ਕਰਨਾ ਹੈ, ਪ੍ਰੋਡਕਟ ਕਰਨਾ ਹੈ। ਗੁਣਨਫਲ ਦੇ ਸਿੱਧਾ ਅਨੁਪਾਤੀ ਹੁੰਦਾ ਹੈ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ, ਠੀਕ ਹੈ। ਅਤੇ ਧਿਆਨ ਦਿਓ, ਦੂਰੀ ਦੇ ਵਰਗ
ਪਹਿਲਾਂ ਦੂਰੀ ਦਾ ਆਪਾਂ ਜਿਹੜੀ ਉਹਨਾਂ ਦੇ ਵਿੱਚ ਜਿਹੜੀ ਦੂਰੀ ਹੈਗੀ ਆ, ਆਪਾਂ ਕੋਈ ਦੋ ਵਸਤੂਆਂ ਲਵਾਂਗੇ m1 m2, ਤੇ ਉਹਨਾਂ ਦੇ ਵਿੱਚ ਜਿਹੜੀ ਦੂਰੀ ਹੋਏਗੀ ਉਹ r ਹੋਏਗੀ। ਠੀਕ ਹੈ, ਆਪਾਂ ਉਸ ਦੂਰੀ ਦਾ ਸਕੁਏਅਰ ਕਰਨਾ ਹੈ। ਉਸ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। ਇਹ ਬਲ ਸਦਾ ਹੀ ਉਹਨਾਂ ਦੋਵੇਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲੱਗਦਾ ਹੈ। ਠੀਕ ਹੈ, ਉਹਦੀ ਡਾਇਰੈਕਸ਼ਨ ਕੀ ਹੁੰਦੀ ਹੈ ਫੋਰਸ ਦੀ, ਕਿ ਜਿੱਦਾਂ ਉਹ ਜਿਹੜੇ ਦੋ ਵਸਤੂਆਂ ਨੇ ਉਹਨਾਂ ਦੇ ਕੇਂਦਰ ਤੋਂ, ਦੋਵਾਂ ਬੋਡੀਜ਼ ਦੇ ਸੈਂਟਰ ਤੋਂ ਜੋ ਲਾਈਨ ਲੰਘਦੀ ਹੈ ਉਹ ਇਸ ਫੋਰਸ ਦੀ ਡਾਇਰੈਕਸ਼ਨ ਹੈਗੀ ਹੈ। ਐਵਰੀ ਪੁਆਇੰਟ ਮਾਸ ਇਨ ਦਾ ਯੂਨੀਵਰਸ attracts every other point mass with the force whose magnitude is proportional to the product of their masses and inversely proportional to the square of the distance between them. So see the picture. Here we have two masses m1 and m2. m1 is greater than m2. m1 ਜਿਹੜੀ ਵਸਤੂ ਹੈ ਉਹਦਾ ਭਾਰ ਜਿਹੜਾ m2 ਨਾਲੋਂ ਜ਼ਿਆਦਾ ਹੈ। ਔਰ ਦੇਖੋ ਉਹ ਜਿਹੜੀ ਲਾਈਨ ਆ, ਫਸਟ a ਆਬਜੈਕਟ, ਦੂਸਰਾ ਹੈਗਾ b ਆਬਜੈਕਟ, ਇਹਨਾਂ ਦੇ ਸੈਂਟਰਸ ਨੂੰ ਜੋ ਲਾਈਨ ਜੋੜਦੀ ਪਈ ਹੈ ਉਹ ਡਿਸਟੈਂਸ ਕਿੰਨੀ ਆ d। ਠੀਕ ਹੈ, ਇਸ ਨੂੰ ਭਾਵੇਂ ਚਾਹੇ ਤੁਸੀਂ d ਬੋਲ ਲਓ ਚਾਹੇ r ਬੋਲ ਲਓ। ਉਸ ਤੋਂ ਬਾਅਦ ਦੇਖੋ ਜਿਹੜੀ m1 ਆ, m1 m2 ਦੇ ਉੱਪਰ ਜੋ ਫੋਰਸ ਲਗਾਉਂਦੀ ਪਈ ਹੈ ਉਹਨੂੰ ਆਪਾਂ ਬੋਲਾਂਗੇ F12। ਠੀਕ ਹੈ ਜੀ, ਜੋ m2 m1 ਤੇ ਲਗਾਉਂਦੀ ਪਈ ਉਹਨੂੰ ਆਪਾਂ ਬੋਲਾਂਗੇ M21। ਔਰ ਇਹ ਜਿਹੜੀਆਂ ਫੋਰਸਿਸ ਹੁੰਦੀਆਂ ਨੇ ਇਹ ਹਮੇਸ਼ਾ ਇਕੁਅਲ ਹੁੰਦੀਆਂ ਨੇ ਔਰ ਇੱਕ ਦੂਜੇ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੱਗਦੀਆਂ ਨੇ, ਹੁੰਦੀਆਂ ਇਕੁਅਲ ਨੇ ਪਰ ਕਿਉਂਕਿ ਡਾਇਰੈਕਸ਼ਨ ਜਿਹੜੀ ਹਮੇਸ਼ਾ ਇਹਨਾਂ ਦੀ ਚੇਂਜ ਹੁੰਦੀ ਹੈ। ਹੁਣ ਦੇਖੋ ਨਿਊਟਨ ਨੇ ਸਿੱਧ ਕੀਤਾ ਸੀਗਾ ਕਿ FAB ਜਾਂ F12 ਇਜ਼ ਇਕੁਅਲ ਟੂ ਮਾਈਨਸ F21, ਚਾਹੇ ਇਹਨੂੰ FAB ਇਜ਼ ਇਕੁਅਲ ਟੂ ਮਾਈਨਸ F ਆਫ BA ਲਿਖ ਲਓ। ਠੀਕ ਹੈ, ਸੇਮ ਹੀ ਗੱਲ ਹੈ। ਕਿਉਂ ਜੋ ਇਹਨਾਂ ਦੀ ਮਾਤਰਾ ਬਰਾਬਰ, ਆਪਾਂ ਨੂੰ ਪਤਾ ਕਿ ਇਹਨਾਂ ਦੀ ਫੋਰਸ ਜਿਹੜਾ ਇਹਨਾਂ ਦਾ ਮੈਗਨੀਟਿਊਡ ਹੈ, ਇਹਨਾਂ ਦੀ ਮਾਤਰਾ ਜਿਹੜੀ ਉਹ ਬਰਾਬਰ ਹੈਗੀ ਹੈ, ਇਸ ਲਈ ਆਪਾਂ ਮੰਨ ਲੈਂਦੇ ਹਾਂ ਦੋਨਾਂ ਨੂੰ F ਦੇ ਬਰਾਬਰ ਮੰਨ ਲੈਂਦੇ ਹਾਂ। FAB ਇਜ਼ ਇਕੁਅਲ ਟੂ FBA ਇਜ਼ ਇਕੁਅਲ ਟੂ F। ਤਾਂ ਨਿਊਟਨ ਦਾ ਨਿਯਮ ਕੀ ਸੀ, ਹੁਣੇ ਆਪਾਂ ਪੜ੍ਹ ਕੇ ਆਏ ਹਾਂ ਕਿ ਨਿਊਟਨ ਨੇ ਕਿਹਾ ਕਿ ਜਿਹੜਾ ਫੋਰਸ ਹੈ ਜਾਂ ਜਿਹੜਾ ਗੁਰਤਾਕਰਸ਼ਣ ਦਾ ਬਲ ਹੈ ਉਹ ਸਿੱਧਾ ਅਨੁਪਾਤੀ ਹੁੰਦਾ ਹੈ ਜਿਹੜੇ ਦੋ ਮਾਸਿਸ ਆ ਉਹਨਾਂ ਦੇ ਪ੍ਰੋਡਕਟ ਦੇ। ਪ੍ਰੋਡਕਟ ਮਤਲਬ ਮਲਟੀਪਲਾਈ। ਠੀਕ ਹੈ, m1 ਤੇ m2 ਨੂੰ ਮਲਟੀਪਲਾਈ ਕਰ ਦਿਓ। ਸੋ f ਕੀ ਆ, ਆ ਜਿਹੜਾ ਸਾਈਨ ਪਾਇਆ ਹੋਇਆ ਹੈ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਦਾ ਸਾਈਨ ਹੈ। ਇਹਦਾ ਮਤਲਬ ਕੀ ਹੁੰਦਾ ਹੈ ਕਿ ਅਗਰ ਮਾਸਿਸ ਵੱਧਦਾ, ਅਗਰ ਮਾਸਿਸ ਦਾ ਪ੍ਰੋਡਕਟ ਵੱਡਾ ਹੁੰਦਾ ਹੈ ਤਾਂ ਜਿਹੜੀ ਫੋਰਸ ਆ ਉਹ ਵੀ ਵੱਧ ਜਾਏਗੀ। ਸਿੱਧਾ ਅਨੁਪਾਤੀ ਦਾ ਮਤਲਬ ਇਹ ਹੁੰਦਾ ਹੈ ਕਿ ਅਗਰ ਇੱਕ ਚੀਜ਼ ਦੇ ਵਧਣ ਨਾਲ ਦੂਜੀ ਚੀਜ਼ ਵੀ ਆਪਣੇ ਆਪ ਵੱਧ ਜਾਂਦੀ ਹੈ। ਠੀਕ ਹੈ, ਸੋ ਫਸਟ ਪੁਆਇੰਟ ਕੀ ਹੈ, f ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ m1 m2। ਉਸ ਤੋਂ ਬਾਅਦ ਆਪਾਂ ਪੜ੍ਹਿਆ ਕਿ ਜਿਹੜੀ ਮਾਸਿਸ ਦੇ ਵਿੱਚ ਜਿਹੜੀ ਦੂਰੀ ਹੁੰਦੀ ਹੈ ਉਹਦੇ ਸਕੁਏਅਰ ਦੇ ਉਲਟ ਅਨੁਪਾਤੀ ਹੁੰਦਾ ਹੈ। ਠੀਕ ਹੈ, ਉਲਟ ਅਨੁਪਾਤੀ ਮਤਲਬ ਦੇਖੋ 1/r² ਲਿਖਿਆ ਹੋਇਆ। ਜਦੋਂ ਵੀ ਕੋਈ ਜਿਹੜੀ ਆ ਆਪਾਂ ਕੋਈ ਇਕੁਏਸ਼ਨ 1 ਦੇ ਵਿੱਚ ਲਿਖਦੇ ਹਾਂ, ਠੀਕ ਹੈ, ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਉਲਟ ਅਨੁਪਾਤੀ ਹੈ। ਠੀਕ ਹੈ, ਦੇਖੋ f ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ 1/r²। ਠੀਕ ਹੈ, ਅੱਗੇ ਦੇਖੋ ਹੁਣ ਆਪਾਂ ਇਹਨਾਂ ਦੋਵਾਂ ਇਕੁਏਸ਼ਨਸ ਨੂੰ ਜੋੜ ਦਈਏ ਤਾਂ ਕੀ ਬਣ ਜਾਏਗਾ, f ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ m1 m2/r²। ਸੋ ਵਿੱਚ ਦੇਖੋ ਜਦੋਂ ਵੀ ਆਪਾਂ ਇਹ ਸਾਈਨ ਆਫ ਪ੍ਰੋਪੋਰਸ਼ਨੈਲਿਟੀ ਜਿਹੜਾ ਹੁੰਦਾ ਹੈ, ਪ੍ਰੋਪੋਰਸ਼ਨੈਲਿਟੀ, ਇਹਨੂੰ ਹਟਾਉਣ ਵਾਸਤੇ ਆਪਾਂ ਇੱਕ ਕੌਂਸਟੈਂਟ ਲਗਾਉਂਦੇ ਹਾਂ। ਉਹ ਕੌਂਸਟੈਂਟ ਕੀ ਹੁੰਦਾ, ਸਥਿਰ ਅੰਕ। ਕੌਂਸਟੈਂਟ ਤੋਂ ਮਤਲਬ ਕਿ ਉਹ ਵਾਲੀ ਕੁਆਂਟਿਟੀ ਜਿਹਦੀ ਵੈਲਿਊ ਕਦੀ ਵੀ ਚੇਂਜ ਨਹੀਂ ਹੁੰਦੀ, ਉਹ ਇੱਕ ਫਿਕਸ ਵੈਲਿਊ ਹੁੰਦੀ ਹੈ। ਸੋ ਆਪਾਂ ਇਹ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਜਿਹੜਾ ਆ, ਇਸ ਸਾਈਨ ਨੂੰ ਹਟਾਉਣ ਲਈ ਜਿਹੜਾ ਹੈ ਆਪਾਂ ਇੱਥੇ ਕੌਂਸਟੈਂਟ g ਦੀ ਵਰਤੋਂ ਕਰਾਂਗੇ। g ਇਜ਼ ਦਾ ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ, ਜਿਹਦੀ ਵੈਲਿਊ ਕੀ ਹੈਗੀ ਆ 6.67 × 10⁻⁻11। ਯਾਦ ਰੱਖਣਾ -11 ਹੈ। ਨਿਊਟਨ ਮੀਟਰ ਸਕੁਏਅਰ ਪਰ kg²। ਠੀਕ ਹੈ, ਨਿਊਟਨ ਦਾ ਮਤਲਬ ਕੀ ਹੁੰਦਾ ਹੈ, ਨਿਊਟਨ ਜਿਹੜਾ ਯੂਨਿਟ ਹੁੰਦਾ ਫੋਰਸ ਦਾ ਹੁੰਦਾ ਹੈ। ਆਪਾਂ ਨੂੰ ਪਤਾ ਦੋ ਮਾਸਿਸ ਮਲਟੀਪਲਾਈ ਹੁੰਦੇ ਪਏ ਆ, ਇਹਦਾ ਮਤਲਬ ਨਾਲ ਆਪਾਂ ਕੋਲ ਕੀ ਆ ਗਿਆ kg²। ਔਰ ਨੀਚੇ ਕੀ ਹੈਗੀ ਹੈ ਡਿਸਟੈਂਸ ਹੈ, ਉਹਦੇ ਵਾਸਤੇ ਕੀ ਆ ਗਿਆ ਮੀਟਰ ਸਕੁਏਅਰ। ਸੋ ਯੂਨਿਟ ਕੀ ਬਣ ਗਈ ਨਿਊਟਨ ਮੀਟਰ ਸਕੁਏਅਰ ਪਰ kg²। ਇਹ ਯੂਨਿਟ ਹੈਗੇ ਨੇ ਜੀ ਦੇ, ਜੋ ਕੀ ਆ ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ। ਸੋ ਸਾਡੇ ਕੋਲ ਫਾਰਮੂਲਾ ਕੀ ਬਣ ਗਿਆ, f ਇਜ਼ ਇਕੁਅਲ ਟੂ g m1 m2/r²। ਸੋ ਇਹ ਫਾਰਮੂਲਾ ਜਿਹੜਾ ਹੈ ਯਾਦ ਕਰ ਲੈਣਾ। ਇਹੀ ਜਿਹੜਾ ਹੈ ਗ੍ਰੈਵੀਟੇਸ਼ਨਲ ਦਾ ਜੋ ਗੁਰਤਾ ਬਲ ਹੈ ਉਹਦਾ ਸਿਧਾਂਤ ਹੈ। ਨੈਕਸਟ ਵੀ ਹੈਵ ਅ ਪ੍ਰੋਬਲਮ। ਸੁਰਜੀਤ ਜਿਸ ਦਾ ਪੁੰਜ 50 ਕਿਲੋਗ੍ਰਾਮ ਹੈ, 45 ਕਿਲੋਗ੍ਰਾਮ ਪੁੰਜ ਵਾਲੇ ਆਪਣੇ ਮਿੱਤਰ ਅਰੁਣ ਤੋਂ ਉਹ 1 ਮੀਟਰ ਦੂਰੀ 'ਤੇ ਖਲੋਤਾ ਹੈ। ਉਹਨਾਂ ਵਿਚਕਾਰ ਆਕਰਸ਼ਣ ਦੇ ਬਲ ਦੀ ਗਣਨਾ ਕਰੋ।
ज्ञात है जी इज इक्वल टू 6.67 इंटू 10⁻⁻11 न्यूटन मीटर स्क्वायर पर kg स्क्वायर। सानू दिता कि होया सुरजीत का पुंज दिता होया 50 kg, अरुण का पुंज 45 kg। आपां नूं दिता भी होया कि उन्हां च डिस्टेंस कितनी है 1 मीटर। जी की वैल्यू आपां नूं गिवन है, बस आपां फॉर्मूले दे विच जिहड़ियां वैल्यूज़ ने पुट करनियां ने। सो पहला फॉर्मूला लिख लो, उस बाद देखो जी की वैल्यू पुट करो M1 दी और M2 दी। ठीक है, इसका मतलब की है कि इन्होंने आपस में प्रोडक्ट करना है, मल्टीप्लाई करना है। नीचे देखो आर स्क्वेयर मतलब आर की वैल्यू दी है वह स्क्वेयर कर दो। ठीक है, जे 1 की जगह पर 2 दिता होंदा फिर आप 2 का स्क्वेयर कर देना है। स्क्वेयर मतलब 2 इंटू 2, जे 3 दिता होंदा यदा मतलब 3 का स्क्वेयर 3 इंटू 3। ठीक है, इत्थे आपां नूं 1 दिता है इसलिए आपां 1 का स्क्वेयर कर दिता। सो जो आप इनू सॉल्व करांगे तो आपां को एफ की वैल्यू कितनी आ जाएगी 1.5 इंटू 10⁻⁻7 न्यूटन। उपरोक्त उदाहरण तो की सिद्धा निकलिया कि भावें उन्होंने पुंज जिहड़ा है 50 किलोग्राम तो 45 किलोग्राम। ठीक है, पर उन्होंने जी फोर्स निकल के आई है वो फोर्स इन्नी घट है। देखो ना 1.5 इंटू 10⁻⁻7 -7 जो बहुत छोटी क्वांटिटी है। यदा मतलब कि फोर्स इन्नी घट है कि वो इस फोर्स को महसूस नहीं कर सकती। पर आप ये नहीं कह सकते कि फोर्स नहीं हैगी, फोर्स उत्थे एक्ट करती पई है बट फोर्स जी बहुत घट है। सो इस तरह एक आप एग्जाम्पल होर लेने जिमें आप कह लो कि एक बॉल आ वो जो अर्थ की सरफेस से स्ट्राइक करती है तो आप कहने कि अर्थ ने जी उत्ते ग्रेविटेशन पुल लगाई है, अर्थ ने उन्होंने अपने वाल खिंचा है। बट इवें नहीं होंदा कि सिर्फ अर्थ ने ही उस बॉल को अपने वाल खिंचा है, बॉल भी अर्थ को अपने वाल खिंचती है। पर क्योंकि अर्थ का मास बहुत ज़्यादा है इसलिए जी बॉल आ जो फोर्स वो फील करती है वो बहुत घट होंदी है। सो नैक्सट है साडे कोल पुंज अते भार विच अंतर। ठीक है, ये दो क्वांटिटीज़ नूं आपां जिहड़ा आ इन जनरल विच आपां सेम ही कह दिंदे, बट ये जिहड़ियां सेम नहीं होंदियां, पुंज ते भार विच फर्क हुंदा है। देयर इज़ अ डिफरेंस बिटवीन मास एंड वेट। सो मास जो है, मास इज़ द क्वांटिटी ऑफ फिजिकल मैटर। फॉर एग्जाम्पल साडी बॉडी है, साडी बॉडी किस चीज़ तो बनी हुई है, फ्लूइड्स है ने साडी बॉडी दे विच। ठीक है, बोनस हैगियां ने, मसल्स हैगे ने, इन्हां सारिਆਂ ਦੇ भार ਨੂੰ मिला के कह लो कि ये तो साडा मास बनता पिया, पुंज बनता पिया। बट ऑन द अदर हैंड देयर इज़ अ डिफरेंस इन वेट। आप जो भी वेट की गल करते हैं वेट में आप डिनोट करते हैं W के नाल। ठीक है, और W इज़ इक्वल टू mg। मास नूं ग्रैविटी दे नाल मल्टीप्लाई करना होंदा, जिन्ना तुहाडा पुंज है उन्होंने ग्रैविटी दे नाल मल्टीप्लाई कर देना है। ग्रैविटी की वैल्यू कितनी होंदी है 9.8 मीटर पर सैकेंड। कि इनू मल्टीप्लाई कर दो। ठीक है, तुहाडे मास नूं जदों ग्रैविटी नाल मल्टीप्लाई कर देंगे तो तुहाडा वेट निकल आएगा। सो यही लिखा होया किसी वस्तु का पुंज उस विच पदार्थ की मात्रा होंदी है। नैक्सट देखो रिलेशन बिटवीन द ग्रैविटीज़ ऑफ अर्थ एंड मून। कि अर्थ की जिन्नी ग्रैविटी अर्थ के उपर है कि इन्नी ग्रैविटी मून के उपर है। सो आप देखते हैं फॉर एग्जाम्पल कोई परसन है जो अर्थ के उपर खड़ा है, अर्थ के उपर उसका मास है 120 kg। ठीक है, वह वेट है 120 इंटू 10। आप पिछे फॉर्मूला देखा ना, वेट इज़ इक्वल टू mg। सो m कितना है 120 इंटू g कितना होंदा है, g वैसे 9.8 होंदा है पर आप उन्होंने जो अप्रोक्सीमेटली 10 भी लिख सकते हैं। सो 120 ਨੂੰ 10 ਨਾਲ मल्टीप्लाई किया कितना आ गया 1200 न्यूटन। सो इस तरह जो आप मून ते वही परसन जो मून ते चल जाता है तो मास तो वह सेम रहा है 120 kg। पर देखो उत्थे वेट जोड़ा है ना, कितने वह वेट अर्थ के उपर 1200 न्यूटन सी, पर मून के उपर आके वह वेट जोड़ा है 200 न्यूटन रह गया। ठीक है, इसका मतलब की है कि 1/6 नाल जोड़ा वो वेट घट गया है। इसका मतलब कि ग्रैविटी ऑन मून इज इक्वल टू 1/6 ऑफ अर्थ। यानी कि जिन्नी अर्थ से किसी चीज़ की ग्रैविटी जिन्ना वह वेट है ना, मून ते जाके वह 6वां हिस्सा रह जाता है। सो टुडे वी हैव लर्नड कि ग्रैविटेशनल फोर्स की है। ठीक है, जो कि दो वस्तुओं के विच लगता है, एक जोड़ा है आकर्षित, एक अट्रैक्टिव जोड़ा है वो बल है। ठीक है, इसका फॉर्मूला लर्न कर लेना है, F इक्वल टू G m1 m2 अपॉन r स्क्वेयर। सो थैंक यू फॉर वॉचिंग।